ਅੰਮ੍ਰਿਤ ਵੇਲੇ ਤੋਂ ਲੈ ਕੇ ਸ੍ਰੀ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਦਰਸ਼ਨ ਪਰਸ ਰਹੀ ਅਤੇ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਕੇ ਤਥਾ ਰਸਨਾ ਦੁਆਰਾ ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ, ਸਭ ਮਾਈ ਭਾਈ ਇੱਕ ਵਾਰ ਫਿਰ ਕਿਰਪਾ ਕਰੋ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ। ਹੁਕਮ ਹੋਇਆ ਹੈ ਜਿਹੜਾ ਨਾਮਧਾਰੀ ਨਿਤਨੇਮ ਦਾ ਸਟੀਕ ਅੱਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਨੂੰ ਅਰਪਣ ਕੀਤਾ ਹੈ, ਉਸ ਦੇ ਬਾਰੇ ਦੋ ਚਾਰ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕਰਾਂਗਾ। ਗੁਰਬਾਣੀ ਵਿੱਚ ਸਤਿਗੁਰੂ ਜੀ ਬਚਨ ਕਰਦੇ ਨੇ, ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਇਹੋ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਾ ਇਹ ਵੀ ਬਚਨ ਹੈ ਕਿ ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਪਰ ਇਹ ਗੁਰ ਕੀ ਬਾਣੀ ਗੁਰ ਤੇ ਜਾਤੀ। ਸਤਿਗੁਰੂ ਜੀ ਦੀ ਬਾਣੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਹੀ ਸਮਝ ਸਕਦੇ ਨੇ। ਉਹਨਾਂ ਨੇ ਕਿਸ ਸੰਦਰਭ ਵਿੱਚ ਇਸ ਦਾ ਉਚਾਰਨ ਕੀਤਾ। ਜੇ ਬੋਲੀ ਦੀ ਗੱਲ ਕਰੀਏ ਤਾਂ ਇਹ ਤਕਰੀਬਨ 400-500 ਸਾਲ ਪੁਰਾਣੀ ਬੋਲੀ ਹੈ। ਬੋਲੀਆਂ ਬਦਲਦੀਆਂ ਰਹਿੰਦੀਆਂ ਨੇ, ਭਾਸ਼ਾਵਾਂ ਬਦਲਦੀਆਂ ਰਹਿੰਦੀਆਂ ਨੇ, ਉਹਨਾਂ ਦੇ ਮੂੰਹ ਮੁਹਾਂਦਰਿਆਂ 'ਚ ਤਬਦੀਲੀ ਆਉਂਦੀ ਰਹਿੰਦੀ ਹੈ। ਔਰ ਜਦੋਂ ਸਮਾਂ ਬਦਲ ਜਾਂਦਾ ਤਾਂ ਬਹੁਤ ਵਾਰੀ ਇਹ ਸਾਡੇ ਗੱਲ ਸਾਹਮਣੇ ਆਉਂਦੀ ਹੈ ਕਿ ਅਸੀਂ ਪੁਰਾਣੀ ਬੋਲੀ ਨੂੰ, ਪੁਰਾਣੀਆਂ ਲਿਖਤਾਂ ਨੂੰ ਸਮਝਣ ਤੋਂ ਅਸਮਰੱਥ ਹੋ ਜਾਂਦੇ ਹਾਂ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਇਹ ਸਟੀਕ ਨੌਜਵਾਨਾਂ ਦੇ ਸਿਰ ਉੱਤੇ ਆਪਣਾ ਬਖਸ਼ਿਸ਼ ਭਰਿਆ ਹੱਥ ਰੱਖ ਕੇ ਉਹਨਾਂ ਕੋਲੋਂ ਕਰਵਾਇਆ। ਔਰ ਇਹ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਪਹਿਲੀ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਕੀਤਾ ਗਿਆ ਹੈ। ਮੈਂ ਇੱਕ ਦੋ ਅਰਜ਼ਾਂ ਹੋਰ ਕਰ ਦੇਣੀਆਂ ਚਾਹਾਂਗਾ। ਜਿਸ ਤਰ੍ਹਾਂ ਗਰੀਬ ਨਿਵਾਜ ਪਾਤਸ਼ਾਹ ਜੀ ਹੁਕਮ ਕੀਤਾ ਕਿ ਬਹੁਤ ਸਾਰੇ ਟੀਕੇ ਜਿਹੜੇ ਨੇ ਉਹ ਗੁਰਬਾਣੀ ਦੇ ਮਾਰਕੀਟ ਵਿੱਚ ਮਿਲ ਰਹੇ ਨੇ, ਬਹੁਤ ਸਾਰੇ ਟੀਕੇ ਹੋ ਚੁੱਕੇ ਨੇ। ਸ਼ਾਇਦ ਜਪਜੀ ਸਾਹਿਬ ਦਾ 400 ਤੋਂ ਵੱਧ ਟੀਕਾ ਹੋ ਚੁੱਕਿਆ ਹੈ। ਜਿੱਥੇ ਗਰਭਗੰਜਨੀ ਵਰਗੇ ਟੀਕੇ ਨੇ, ਜਿੱਥੇ ਸੰਪਰਦਾਈ ਟੀਕੇ ਹਨ, ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਟੀਕਾ ਹੈ, ਭਾਈ ਵੀਰ ਸਿੰਘ ਜੀ ਦਾ ਟੀਕਾ ਹੈ, ਗਿਆਨੀ ਹਰਬੰਸ ਸਿੰਘ ਹੋਰਾਂ ਦਾ ਟੀਕਾ ਹੈ, ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲਿਆਂ ਦਾ ਟੀਕਾ ਹੈ। ਬਹੁਤ ਸਾਰੇ ਟੀਕੇ ਅੱਜ ਮਾਰਕੀਟ ਵਿੱਚ ਹੈਗੇ ਨੇ। ਪਰ ਉਹ ਜਿੰਨੇ ਟੀਕੇ ਨੇ ਉਹਨਾਂ ਦੀ ਭਾਸ਼ਾ ਗੂੜ੍ਹ ਹੋਣ ਕਰਕੇ ਨੌਜਵਾਨਾਂ ਦੇ ਜਿਹੜੇ ਖਾਸ ਕਰਕੇ ਪੰਜਾਬੀ ਨੂੰ ਘੱਟ ਸਮਝਦੇ ਨੇ, ਉਹਨਾਂ ਵਾਸਤੇ ਥੋੜ੍ਹੀ ਮੁਸ਼ਕਲ ਸੀ। ਇਸ ਵਾਸਤੇ ਗਰੀਬ ਨਿਵਾਜ ਜੀ ਦੀ ਰਜ਼ਾ ਬਣੀ ਕਿ ਇਹ ਟੀਕਾ ਜਿਹੜਾ ਹੈ ਉਹ ਆਸਾਨ ਤੋਂ ਆਸਾਨ ਭਾਸ਼ਾ ਵਿੱਚ ਕੀਤਾ ਜਾਵੇ। ਤਾਂ ਮੈਂ ਇਹ ਅਰਜ਼ ਕਰ ਦਿਆਂਗਾ ਕਿ ਇਹ ਟੀਕਾ ਵਿਦਵਾਨਾਂ ਵਾਸਤੇ ਨਹੀਂ, ਇਹ ਟੀਕਾ ਸਿੱਖਿਆਰਥੀਆਂ ਅਤੇ ਵਿਦਿਆਰਥੀਆਂ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਤਿਆਰ ਹੋਇਆ ਹੈ। ਔਰ ਇਹ ਇਸ ਪਾਸੇ, ਇਸ ਲੜੀ ਵਿੱਚ ਪਹਿਲਾ ਕਦਮ ਹੈ। ਇਹਦੇ ਵਿੱਚ ਗਲਤੀਆਂ ਭੁੱਲਾਂ ਵੀ ਹੋ ਹੀ ਜਾਂਦੀਆਂ ਨੇ, ਕਿਉਂਕਿ ਗੁਰਬਾਣੀ ਹੈ। ਸਤਿਗੁਰੂ ਜੀ ਦੀ ਗੁਰਬਾਣੀ ਨੂੰ ਅਸੀਂ ਪੂਰਨ ਰੂਪ ਵਿੱਚ ਤਾਂ ਨਹੀਂ ਜਾਣ ਸਕਦੇ, ਪਰ ਜਿਸ ਤਰ੍ਹਾਂ ਸਤਿਗੁਰੂ ਜੀ ਨੇ ਕਿਰਪਾ ਕਰਕੇ ਇਹ ਸੇਵਾ ਲਈ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਧੰਨਵਾਦ ਹੈ। ਉਹਨਾਂ ਨੇ ਬਖਸ਼ਿਸ਼ ਕਰਕੇ ਇਹ ਆਪ ਸੇਵਾ ਲਈ ਹੈ। ਤੋ ਹੁਕਮ ਹੋਇਆ ਹੈ ਕਿ ਮੈਂ ਇਸ ਗੁਰਬਾਣੀ ਬਾਰੇ ਜਿਹੜਾ ਟੀਕਾ ਹੋਇਆ ਹੈ, ਇਹਦੇ ਬਾਰੇ ਕੁਛ ਥੋੜ੍ਹੇ ਜਿਹੇ ਸ਼ਬਦ ਹੋਰ ਇਸ ਟੀਕੇ ਵਿੱਚੋਂ ਹੀ ਆਪ ਜੀ ਨਾਲ ਸਾਂਝੇ ਕਰ ਸਕਾਂ ਕਿ ਇਸ ਦਾ ਟੀਕਾ ਜਿਹੜਾ ਹੈ, ਇਸ ਦਾ ਢੰਗ ਕੀ ਹੈ ਜਾਂ ਇਹ ਕਿੰਨਾ ਸਾਦਾ ਹੈ। ਜਿਸ ਤਰ੍ਹਾਂ ਆਪ ਜੀ ਸਰਵਣ ਕਰਦੇ ਹੋ, ਪਾਠ ਹੈ, ਲੋਕ 14 ਕੇ ਬਿਖੈ ਜਗ ਜਾਪ ਹੀ, ਜਿਹ ਜਾਪ
ਆਦਿ ਦੇਵ ਅਨਾਦਿ ਮੂਰਤਿ ਥਾਪਿਓ ਸਭੈ ਜਿਹ ਥਾਪ। ਭਾਵ 14 ਲੋਕਾਂ ਵਿੱਚ ਤੇਰੇ ਜਾਪ ਨੂੰ ਸਾਰੇ ਜੀਵ ਜਪਦੇ ਹਨ। ਲੋਕ 14 ਕੇ ਬਿਖੈ ਜਗ ਜਾਪ ਹੀ ਜਿਹ ਜਾਪ। ਆਦਿ ਦੇਵ ਅਨਾਦਿ ਮੂਰਤ ਥਾਪਿਓ ਸਭੈ ਜਿਹ ਥਾਪ। ਤੂੰ ਆਦਿ ਤੋਂ ਪ੍ਰਕਾਸ਼ ਰੂਪ ਹੈ, ਤੇਰੀ ਮੂਰਤ ਆਦਿ ਤੋਂ ਰਹਿਤ ਹੈ ਅਤੇ ਤੂੰ ਹੀ ਸਾਰਾ ਸੰਸਾਰ ਬਣਾਇਆ ਹੋਇਆ ਹੈ। ਜਿਸ ਤਰ੍ਹਾਂ ਮੁੰਦਾਵਣੀ ਦਾ ਪਾਠ ਹੈ, ਥਾਲ ਵਿੱਚ 3 ਵਸਤੂ ਪਈਓ ਸਤ ਸੰਤੋਖ ਵਿਚਾਰੋ। ਗੁਰਮੁਖ ਦੇ ਅੰਤਸ਼ਕਰਨ ਰੂਪੀ ਥਾਲ ਵਿੱਚ ਸਤ, ਸੰਤੋਖ ਅਤੇ ਵਿਚਾਰ ਤਿੰਨੇ ਵਸਤੂਆਂ ਸਤਿਗੁਰਾਂ ਵੱਲੋਂ ਪਾਈਆਂ ਗਈਆਂ ਹਨ। ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ। ਜਿਸ ਠਾਕੁਰ ਦਾ ਸਭ ਨੂੰ ਆਸਰਾ ਹੈ, ਉਸ ਨੇ ਨਾਮ ਰੂਪ ਅੰਮ੍ਰਿਤ ਵੀ ਇਸ ਵਿੱਚ ਪਾਇਆ ਹੈ। ਜੇ ਕੋ ਖਾਵੈ ਜੇ ਕੋ ਪਹੁੰਚੈ ਤਿਸ ਕਾ ਹੋਏ ਉਧਾਰੋ। ਜੇ ਕੋਈ ਇਸ ਨੂੰ ਖਾਂਦਾ ਹੈ ਅਤੇ ਭੋਗਦਾ ਹੈ, ਉਸ ਦਾ ਉਧਾਰ ਹੁੰਦਾ ਹੈ। ਇਸ ਤਰ੍ਹਾਂ ਹੀ ਜਿਸ ਤਰ੍ਹਾਂ ਪਾਠ ਹੈ ਆਸਾ ਜੀ ਦੀ ਵਾਰ ਦਾ, ਵਾਇਨ ਚੇਲੇ ਨੱਚਨ ਗੁਰ ਪੈਰ ਹਲਾਇਨ ਫੇਰਨ ਸਿਰ। ਓਡੇ ਓਡੇ ਰਾਵਾ ਝਾਟੈ ਪਾਏ ਵੇਖੈ ਲੋਕ ਹੱਸੈ ਘਰ ਜਾਏ। ਰੋਟੀਆਂ ਕਾਰਣ ਪੂਰਹਿ ਤਾਲ ਆਪ ਪਛਾੜਹਿ ਧਰਤੀ ਨਾਲ। ਭਾਵ ਚੇਲੇ ਸਾਜ਼ ਵਜਾਉਂਦੇ ਹਨ, ਗੁਰੂ ਨੱਚਦੇ ਹਨ, ਨਿਰਤਕਾਰੀ ਨਾਲ ਹਾਵ ਭਾਵ ਕਿਰਿਆ ਕਰਦੇ ਹਨ। ਧੂੜ ਉੱਡ ਉੱਡ ਕੇ ਸਿਰਾਂ ਵਿੱਚ ਪੈਂਦੀ ਹੈ। ਲੋਕ ਉਹਨਾਂ ਨੂੰ ਵੇਖ ਕੇ ਹੱਸਦੇ ਹੋਏ ਘਰ ਜਾਂਦੇ ਹਨ। ਇਹ ਸਾਰੇ ਯਤਨ ਰੋਟੀਆਂ ਵਾਸਤੇ ਕੀਤੇ ਜਾਂਦੇ ਹਨ। ਆਪਣੇ ਆਪ ਨੂੰ ਜ਼ਮੀਨ ਨਾਲ ਮਾਰਦੇ ਹਨ। ਭਾਵ ਇਸ ਤਰ੍ਹਾਂ ਦਾ ਇਹ ਸਾਦਾ ਜਿਹਾ ਸਟੀਕ ਹੈ ਜਿਹੜਾ ਹਰ ਸਿੱਖਿਆਰਥੀ ਦੀ ਸਮਝ ਵਿੱਚ ਆ ਸਕਦਾ। ਅਸੀਂ ਗੁਰਬਾਣੀ ਨੂੰ ਸਮਝ ਸਕੀਏ, ਗੁਰਬਾਣੀ ਨੂੰ ਪੜ੍ਹ ਸਕੀਏ, ਗੁਰਬਾਣੀ ਪ੍ਰਤੀ ਸਾਡੇ ਅੰਦਰ ਚੇਤਨਾ ਪੈਦਾ ਹੋਵੇ, ਲਾਲਸਾ ਪੈਦਾ ਹੋਵੇ ਗੁਰਬਾਣੀ ਨੂੰ ਸਿੱਖਣ ਦੀ। ਇਸ ਵਾਸਤੇ ਇਹ ਟੀਕਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਵੱਲੋਂ ਸਾਰੀ ਸਾਧ ਸੰਗਤ ਨੂੰ ਬਖਸ਼ਿਸ਼ ਕੀਤਾ ਗਿਆ ਹੈ। ਸੋ ਸਾਰੇ ਮਾਈ ਭਾਈ ਨੂੰ ਇਹ ਬੇਨਤੀ ਹੈ ਕਿ ਇਹ ਟੀਕਾ ਆਪ ਜੀ ਨੂੰ ਸਤਿਯੁਗ ਦੇ ਸਟਾਲ ਤੋਂ ਉਪਲਬਧ ਹੋ ਸਕੇਗਾ। ਸਾਰੇ ਮਾਈ ਭਾਈ ਇਸ ਸਟੀਕ ਨੂੰ ਲੈ ਕੇ ਇਸ ਨੂੰ ਆਪ ਪੜ੍ਹੋ, ਆਪਣੇ ਬੱਚਿਆਂ ਨੂੰ ਪੜ੍ਹਾਓ, ਆਪਣੇ ਸੱਜਣਾ ਮਿੱਤਰਾਂ ਨੂੰ ਪੜ੍ਹਾਓ, ਤਾਂ ਕਿ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਦਾ ਜਿਹੜਾ ਹੁਕਮ ਹੈ ਕਿ ਅਸਾਂ ਗੁਰਬਾਣੀ ਨਾਲ ਜੁੜ ਕੇ ਗੁਰਬਾਣੀ ਅਨੁਸਾਰ ਜੀ ਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਹੈ, ਜਾਂ ਇੰਝ ਕਹਿ ਲਈਏ ਕਿ ਗੁਰਬਾਣੀ ਨੂੰ ਕੇਵਲ ਪੜ੍ਹਨਾ ਨਹੀਂ, ਗੁਰਬਾਣੀ ਨੂੰ ਜੀਣਾ ਹੈ। ਇਸ ਵਾਸਤੇ ਇਹ ਟੀਕਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ ਹੈ। ਸੋ ਸਾਰੇ ਮਾਈ ਭਾਈ ਆਪਾਂ ਇਹ ਯਤਨ ਕਰੀਏ ਕਿ ਇਹ ਟੀਕਾ ਲਈਏ ਔਰ ਲੈ ਕੇ ਕੇਵਲ ਆਪਣੇ ਘਰਾਂ ਦਾ ਸ਼ਿੰਗਾਰ ਨਾ ਬਣਾਈਏ, ਇਸ ਨੂੰ ਪੜ੍ਹ ਕੇ ਆਪਣੇ ਹਿਰਦੇ ਦਾ ਸ਼ਿੰਗਾਰ ਬਣਾਈਏ, ਇਸ ਨੂੰ ਪੜ੍ਹ ਕੇ ਆਪਣੇ ਜੀਵਨ ਦਾ ਸ਼ਿੰਗਾਰ ਬਣਾਈਏ। ਸੋ ਮੈਂ ਇੰਨੀਆਂ ਬੇਨਤੀਆਂ ਕਰਦਾ ਹੀ ਆਪ ਪਾਸੋਂ ਖਿਮਾ ਮੰਗਾਂਗਾ। ਮੈਂ ਇਹ ਅਰਜ਼ ਵੀ ਨਾਲ ਕਰ ਦੇਣੀ ਚਾਹਾਂਗਾ ਕਿ ਅੱਜ ਸਾਡੇ ਵਿੱਚ ਪੜ੍ਹਨ ਦਾ ਰੁਝਾਨ ਬਹੁਤ ਘਟਦਾ ਜਾ ਰਿਹਾ ਹੈ। ਕਿਰਪਾ ਕਰੋ, ਯਤਨ ਕਰੋ ਸਾਰੇ ਜਣੇ ਕਿ ਭਾਵੇਂ 1 ਪੰਨਾ 2 ਪੰਨੇ ਕੋਈ ਇਤਿਹਾਸ ਦੇ, ਗੁਰਬਾਣੀ ਦੇ, ਗੁਰਮਤਿ ਸਾਹਿਤ ਦੇ ਉਹ ਜ਼ਰੂਰ ਪੜ੍ਹੇ ਜਾਣ, ਤਾਂ ਕਿ ਅਸੀਂ ਔਰ ਸਾਡੇ ਬੱਚੇ, ਸਾਡੇ ਪਰਿਵਾਰ ਗੁਰਸਿੱਖੀ ਨਾਲ ਜੁੜੇ ਰਹਿ ਸਕਣ। ਸੋ ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾਚਕ ਹਾਂ। ਸਭ ਮਾਈ ਭਾਈ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ।